ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਭਾਵਨੀ ਭਗਤ ਨੇ ਉਪਜੀ। ਭੂਖੈ ਦਾਨ ਨਾ ਦੀਨਾ ਰਹਾਉ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਬਾਟ ਪਾਰ ਘਰ ਮੂਸ ਬਿਰਾਨੋ, ਪੇਟ ਭਰੈ ਅਪਰਾਧੀ। ਜੇ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਹਿੰਸਾ ਤਉ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਹਿੰਸਾ ਤਉ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਾਧ ਸੰਗਤ ਜੀ ਆਪ ਸਾਰੇ ਹੀ ਵਡਭਾਗੇ ਹੋ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਪੰਜਾਂ ਬਾਣੀਆਂ ਦਾ ਨਿਤਨੇਮ ਉਪਰੰਤ ਆਸਾਂ ਨੂੰ ਪੂਰਨ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਛੱਕੇ ਛੰਦ ਸ਼ਬਦ ਕੀਰਤਨ ਆਪ ਸਾਰਿਆਂ ਨੇ ਸਰਵਣ ਕੀਤਾ। ਉਪਰੰਤ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਉਗਲੱਥਾ, ਕਥਾ ਸੁਨਤ ਮਲ ਸਗਲੀ ਖੋਵੈ ਸਾਹਿਬਾਂ ਦਾ ਫੁਰਮਾਨ ਹੈ। ਸੋ ਸਾਧ ਸੰਗਤ ਜੀ ਅੱਜ ਅੰਮ੍ਰਿਤ ਵੇਲੇ ਜੋ ਪਵਿੱਤਰ ਹੁਕਮਨਾਮਾ ਆਇਆ ਸੀ, ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ, ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਦਇਆਲ ਤੇਰਾ ਨਾਮ ਤਰਾਂ ਸਤ ਕੁਰਬਾਨੇ ਜਾਓ। ਰਹਾਉ ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਭ ਵਡਿਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ। ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ, ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ। ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਗ ਚੁਗ ਹੋਏ, ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁਗ ਚੁਗ ਹੋਏ ਰਹਾਉ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਨਾਸਰੀ ਰਾਗ ਵਿੱਚ ਘਰ ਪਹਿਲੇ ਸੁਰਤਾਲ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਧਨਾਸਰੀ ਰਾਗਨੀ ਹੈ ਜੋ ਮਾਲ ਕੌਂਸ ਰਾਗ ਦੀ ਇਸਤਰੀ ਮੰਨੀ ਹੈ। ਰਾਗ ਮਾਲਾ ਵਿੱਚ ਸਭ ਰਾਗ ਰਾਗਨੀਆਂ ਦਾ ਜ਼ਿਕਰ ਆਉਂਦਾ ਹੈ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ। ਇੱਕ ਇੱਕ ਰਾਗ ਦੀਆਂ ਪੰਜ ਪੰਜ ਇਸਤਰੀਆਂ ਹਨ, ਉਹਨਾਂ ਦੇ 8-8 ਪੁੱਤਰ ਹਰੀ ਪਰਮਾਤਮਾ ਦੇ ਜਸ ਗਾਇਨ ਕਰ ਰਹੇ ਹਨ। ਪ੍ਰਥਮ ਰਾਗ ਭੈਰਵ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਪਈ ਬਾਰੀ। ਇਹ ਭੈਰਵ ਕੀ ਪਾਂਚੋ ਨਾਰੀ। ਇਹ ਭੈਰਵ ਰਾਗ ਦੀਆਂ 5 ਇਸਤਰੀਆਂ ਹਨ। ਫਿਰ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲਮ ਮਦ ਮਾਧਵ ਗਾਵੈ। ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। 8 ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ। ਇਹ 8 ਪੁੱਤਰ ਰਾਗ ਭੈਰਵ ਦੇ ਹਨ। ਇਸੇ ਤਰ੍ਹਾਂ ਇੱਕ ਇੱਕ ਰਾਗ ਦੀਆਂ 5-5 ਇਸਤਰੀਆਂ, ਉਹਨਾਂ ਦੇ 8-8 ਪੁੱਤਰ ਹਨ। ਦੂਜੇ ਨੰਬਰ ਤੇ ਮਾਲ ਕੌਂਸ ਰਾਗ ਹੈ। ਦੁਤੀਆ ਮਾਲ ਕੌਸਕ ਆਲਾਪ ਹੈ। ਸੰਗ ਰਾਗਨੀ ਪਾਂਚੋ ਥਾਪ ਹੈ। ਗੁਣ ਕਰੀ ਅਰਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ। ਧਨਾਸਰੀ ਇਹ ਪਾਂਚੋ ਗਾਈ। ਮਾਲ ਰਾਗ ਕੌਸਕ ਸੰਗਲਾਈ। ਮਾਲ ਕੌਸ ਰਾਗ ਦੀ ਇਸਤਰੀ ਹੈ। ਪੰਜਵੀਂ ਧਨਾਸਰੀ। ਧਨਾਸਰੀ ਰਾਗਨੀ ਵਿੱਚ ਜੋ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 31 ਰਾਗਾਂ ਦੀ ਸ਼੍ਰੇਣੀ ਵਿੱਚ 10ਵਾਂ ਅਸਥਾਨ ਹੈ। 10ਵੇਂ ਨੰਬਰ ਤੇ ਰਾਗ ਧਨਾਸਰੀ ਹੈ।
ਸੋ ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਘਰ ਪਹਿਲੇ ਸੁਰਤਾਲ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। 4 ਪਦਾਂ ਵਾਲਾ ਸ਼ਬਦ ਹੈ ਔਰ 4 ਹੀ ਰਹਾਉ ਆਉਂਦੇ ਹਨ। ਇੱਕ ਇੱਕ ਪਦ ਦੇ ਨਾਲ ਇੱਕ ਇੱਕ ਰਹਾਉ ਹੈ। ਕਈ ਸ਼ਬਦਾਂ ਵਿੱਚ 4 ਪਦਾਂ ਵਾਲੇ ਸ਼ਬਦ ਵਿੱਚ 4 ਰਹਾਉ ਆਉਂਦੇ ਹਨ। ਤੁਖਾਰੀ ਰਾਗ ਦੇ ਸਾਰੇ ਸ਼ਬਦਾਂ ਵਿੱਚ ਇੱਕ ਵੀ ਰਹਾਉ ਨਹੀਂ ਆਉਂਦਾ, ਸਾਰੇ ਸ਼ਬਦ ਰਹਾਉ ਤੋਂ ਬਿਨਾਂ ਹਨ। ਸੋ 4 ਪਦਾਂ ਵਾਲਾ ਸ਼ਬਦ ਹੈ ਧਨਾਸਰੀ ਰਾਗ ਵਿੱਚ। ਇਸ ਦੇ ਵਿੱਚ 4 ਰਹਾਉ ਹਨ। ਪਹਿਲਾਂ ਵੱਡਾ ਮੰਗਲ ਕਰਦੇ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਜੋ ਇੱਕ ਅਦੁੱਤੀ ਪਾਰਬ੍ਰਹਮ ਪਰਮੇਸ਼ਰ, ਜੋ ਸਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਤਿੰਨੋਂ ਕਾਲ ਸੱਚਾ ਆਬਾਦ ਰੂਪ ਹੈ। ਨਾਮ ਜਿਸ ਦਾ ਪ੍ਰਸਿੱਧ ਹੈ। ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹਰਤਾ ਹੈ। ਪੂਰਨ ਪੁਰਖ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਾਂ ਪੁਰਖ ਪੂੰ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਕਰਤਾ ਪੁਰਖ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਨਿਰਭਉ ਨਿਰਵੈਰ। ਅਕਾਲ ਮੂਰਤ, ਅਕਾਲ ਸਰੂਪ ਹੈ, ਕਾਲ ਰਹਿਤ, ਜਿਸ ਦਾ ਸਰੂਪ ਕਾਲ ਰਹਿਤ ਹੈ। ਅਕਾਲ ਮੂਰਤ। ਅਜੂਨੀ, ਜੂਨੀਆਂ ਤੋਂ ਰਹਿਤ ਹੈ। ਸੋ ਮੁਖ ਜਲਉ ਜਿਦ ਕਹੈ ਠਾਕੁਰ ਜੋਨੀ, ਉਹ ਮੂੰਹ ਸੜ ਜਾਣਾ ਚਾਹੀਦਾ ਹੈ ਜੋ ਠਾਕੁਰ ਮਾਲਕ ਪਰਮੇਸ਼ਰ ਨੂੰ ਜੂਨੀਆਂ ਵਿੱਚ ਆਖਦਾ ਹੈ। ਉਹ ਅਜੂਨੀ ਅਜਨਮਾ ਹੈ। ਅਜੂਨੀ। ਫਿਰ ਸੈਭੰਗ, ਉਹ ਸੁੱਤੇ ਪ੍ਰਕਾਸ਼ ਹੈ। ਸੰਸਕ੍ਰਿਤ ਵਿੱਚ ਸ਼ਬਦ ਹੈ ਸਵੈੰਭੂ। ਸਵੈੰਭੂ ਦਾ ਅਰਥ ਹੁੰਦਾ ਆਪਣੇ ਆਪ। ਸਵੈੰਭੂ ਦਾ ਟਰਾਂਸਲੇਟ ਹੈ ਪੰਜਾਬੀ ਵਿੱਚ ਸੈਭੰਗ। ਸੈਭੰਗ ਦਾ ਅਰਥ ਹੈ ਸੁੱਤੇ ਪ੍ਰਕਾਸ਼। ਉਹ ਅਜੂਨੀ ਅਜਨਮਾ ਸੈਭੰਗ ਸੁੱਤੇ ਪ੍ਰਕਾਸ਼ ਹੈ। ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਜੋ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਸਾਰਿਆਂ ਦਾ ਪ੍ਰਕਾਸ਼ਕ ਸਤ ਚਿਤ ਆਨੰਦ ਸਰੂਪ ਹੈ। ਨਿਰਭਉ ਨਿਰਵੈਰ ਕਾਲ ਰਹਿਤ ਸਰੂਪ ਹੈ, ਜਿਸ ਦਾ ਸੁੱਤੇ ਸਿੱਧ ਹੈ। ਚੇਤਨ ਸਰੂਪ ਆਨੰਦ ਸਰੂਪ ਹੈ। ਉਹ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਇਹ ਸ਼ਬਦ ਜਗਿਆਸੂ ਤੇ ਮਹਾਤਮਾ ਦੇ ਸੰਵਾਦ ਦੁਆਰਾ ਉਚਾਰਨ ਕੀਤਾ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਜਗਿਆਸੂ ਬੇਨਤੀ ਕਰਦਾ ਹੈ, ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਹੇ ਸੰਤੋ, ਮੇਰਾ ਆਪਣਾ ਜੀਉ ਦਿਲ ਡਰਦਾ ਪਿਆ ਹੈ। ਕੈਸਿਉ ਕਰੀ ਪੁਕਾਰ, ਕਿਹਦੇ ਪਾਸ ਮੈਂ ਜਾ ਕੇ ਪੁਕਾਰ ਕਰਾਂ। ਅੱਗੋਂ ਮਹਾਤਮਾ ਨੇ ਕਿਹਾ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਮੈਂ ਤਾਂ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਸਦਾ ਸਦਾ ਜੋ ਦਾਤਾਰ ਪਰਮਾਤਮਾ ਹੈ, ਉਸ ਦੇ ਨਾਮ ਨੂੰ ਜਪਦਾ ਹੈ। ਤੂੰ ਵੀ ਪਰਮਾਤਮਾ ਦੇ ਨਾਮ ਨੂੰ ਜਪ ਤਾਂ ਡਰ ਤੋਂ ਰਹਿਤ ਹੋ ਜਾਵੇਗਾ, ਕਿਉਂਕਿ ਉਹ ਪਰਮਾਤਮਾ ਨਿਰਭਉ ਹੈ। ਉਸ ਦਾ ਨਾਮ ਭੈ ਤੋਂ ਰਹਿਤ ਕਰਨ ਵਾਲਾ ਹੈ। ਵਿਘਨ ਵਿਨਾਸ਼ਨ ਸਭ ਦੁਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭੈ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਮੇਰਾ ਸਾਹਿਬ ਮਾਲਕ ਹਮੇਸ਼ਾ ਸਦਾ ਨਿਤ ਨਵੀਨ ਹੈ। ਉਹ ਪੁਰਾਣਾ ਕਦੇ ਨਹੀਂ ਹੁੰਦਾ। ਸੱਚ ਪੁਰਾਣਾ ਨਾਥੀ ਹੈ, ਨਾਮ ਨਾ ਮੈਲਾ ਹੋਏ। ਉਹ ਆਪ ਪੁਰਾਣਾ ਨਹੀਂ ਹੁੰਦਾ, ਉਸਦਾ ਨਾਮ ਵੀ ਪੁਰਾਣਾ ਨਹੀਂ ਹੁੰਦਾ, ਨਾ ਮੈਲਾ ਹੁੰਦਾ ਹੈ। ਸੋ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾ। ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਦਿਨ ਰਾਤ ਉਸ ਸਾਹਿਬ ਨੂੰ ਸਿਮਰੀਏ ਜੋ ਅੰਤ ਸਮੇਂ ਨਰਕਾਂ ਤੋਂ ਜਮਾਂ ਤੋਂ ਛਡਾਉਣ ਵਾਲਾ ਹੈ। ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਇਹ ਮੇਰੀ ਕਾਮਣੀ ਜਗਿਆਸੂ ਰੂਪ ਇਸਤਰੀਏ, ਮੇਰੀ ਬੇਨਤੀ ਸੁਣ ਕੇ ਪਰਮਾਤਮਾ ਦਾ ਜਸ ਸੁਣ ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ। ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ। ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾਹ ਵਡਿਆਈ ਦੇ। हे ਵਾਹਿਗੁਰੂ, ਆਪ ਜੀ ਤੋਂ ਵਿਛੜ ਕੇ ਮੈਂ ਕਿਵੇਂ ਰਹਿਣਾ ਕਰਾਂ। ਮੈਂ ਇੱਕ ਖਿਣ ਵੀ ਰਹਿ ਨਹੀਂ ਸਕਦਾ।
ਵਾਹਿਗੁਰੂ ਨਾਲੋਂ ਵਿਛੜ ਕੇ ਜੀਵ ਜੀਵਤ ਨਹੀਂ ਰਹਿ ਸਕਦਾ। ਜੇ ਜੀਵਤ ਰਹਿ ਗਿਆ ਤਾਂ ਬੌਰਾ ਹੋ ਜਾਏਗਾ, ਕਮਲਾ ਸੁਦਾਈ ਹੋ ਜਾਏਗਾ। ਕਬੀਰ ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਕਿਉਂਕਿ ਵਿਛੋੜੇ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਦਾ। ਵਿਛੋੜਾ ਸੁਣੇ ਦੁੱਖ, ਬਿਨ ਡਿਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ। ਸੋ ਸਾਹ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਉਹ ਵਡਿਆਈ ਮੈਨੂੰ ਦੇ, ਉਹ ਸ਼ਕਤੀ, ਉਹ ਤਾਕਤ ਦੇ, ਜਿਸ ਸ਼ਕਤੀ ਕਰਕੇ ਤੇਰੇ ਨਾਮ ਦੇ ਨਾਲ ਲਿਵ ਲਗਾਈ ਰੱਖਾਂ। ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਇ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਤੁਝ ਬਾਜ ਪਿਆਰੇ ਕੇਵਰਾ, ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਈ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਇ। ਮੈਂ ਆਪਣੇ ਮਾਲਕ ਨੂੰ ਸੇਵਦਾ ਹਾਂ। ਜੋ ਕੁਝ ਵੀ ਮੰਗਣਾ ਹੁੰਦਾ ਮੈਂ ਆਪਣੇ ਮਾਲਕ ਪਾਸੋਂ ਮੰਗਦਾ ਹਾਂ। ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਐਸੇ ਦਾਤੇ ਪਾਸੋਂ ਕਦੀ ਨਾ ਮੰਗੋ ਕਿ ਦੁਬਾਰਾ ਮੰਗਣਾ ਪਵੇ। ਇੱਕੋ ਵਾਰੀ ਐਸੇ ਸਾਹਿਬ ਮਾਲਕ ਸਮਰੱਥ ਪਰਮਾਤਮਾ ਪਾਸੋਂ ਮੰਗੋ ਕਿ ਦੁਬਾਰਾ ਮੰਗਣਾ ਨਾ ਪਵੇ। ਸੋ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ, ਮੈਂ ਹੋਰ ਕਿਸੇ ਦੂਜੇ ਪਾਸੋਂ ਨਹੀਂ ਮੰਗਦਾ। ਜੋ ਕੁਝ ਵੀ ਮੰਗਣਾ ਹੁੰਦਾ ਮੈਂ ਆਪ ਜੀ ਪਾਸੋਂ ਮੰਗਦਾ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ, ਨਾਨਕ ਤਾਂ ਕਾ ਦਾਸ ਹੈ। ਮੈਂ ਆਪ ਜੀ ਦਾ ਦਾਸ ਹਾਂ, ਸੇਵਕ ਹਾਂ। ਬਿੰਦ ਬਿੰਦ ਚੁਗ ਚੁਗ ਹੋਏ, ਬਿੰਦ ਬਿੰਦ ਕਾਲ ਵਿੱਚ ਚੁਗ ਚੁਗ ਟੁਕੜੇ ਟੁਕੜੇ ਬਲਿਹਾਰ ਕੁਰਬਾਨ ਜਾਂਦਾ ਹੈ। ਸਾਹਿਬ ਤੇਰੇ ਨਾਮ ਬਿਟੋ, ਬਿੰਦ ਬਿੰਦ ਚੁਗ ਚੁਗ ਹੋਏ। हे ਸਾਹਿਬ ਮਾਲਕ ਪਰਮਾਤਮਾ, ਮੈਂ ਤੇਰੇ ਨਾਮ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹੈ। ਨਿਮਕ ਨਿਮਕ ਕਾਲ ਵਿੱਚ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ। ਸੋ ਸਾਧ ਸੰਗਤ ਜੀ, ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਆਓ ਲੜੀਵਾਰ ਕਥਾ ਦੇ ਨਾਲ ਜੁੜੀਏ, ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸਾਧ ਸੰਗਤ ਜੀ, ਲੜੀਵਾਰ ਕਥਾ ਵਿੱਚ ਭਗਤਾਂ ਦੀ ਬਾਣੀ ਚੱਲ ਰਹੀ ਹੈ। ਸਾਰੰਗ ਰਾਗ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਉਸ ਦੀ ਤਰਤੀਬ ਕੁਝ ਇਸ ਤਰ੍ਹਾਂ ਬੰਨੀ ਹੈ। ਸਭ ਤੋਂ ਪਹਿਲਾਂ ਰਾਗ ਦੇ ਪ੍ਰਾਰੰਭ ਵਿੱਚ ਗੁਰਬਾਣੀ ਦਰਜ ਕੀਤੀ ਹੈ। ਗੁਰੂ ਸਾਹਿਬਾਨਾਂ ਦੇ ਸ਼ਬਦ, ਫਿਰ ਅਸ਼ਟਪਦੀਆਂ, ਫਿਰ ਛੰਤ, ਫਿਰ 12, ਫਿਰ ਅਖੀਰ ਵਿੱਚ ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਕੁੱਲ 31 ਰਾਗ ਹਨ। ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਸ਼੍ਰੋਮਣੀ ਰਾਗ ਸ੍ਰੀ ਰਾਗ ਹੈ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਔਰ ਸ੍ਰੀ ਰਾਗ ਦਾ ਪਹਿਲਾ ਸ਼ਬਦ ਕਲਯੁਗ ਦੇ ਪਰਥਾਏ ਉਚਾਰਨ ਕੀਤਾ ਹੈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮਦ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਸ੍ਰੀ ਰਾਗ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜੋ ਬਹੁਤ ਉੱਚੀ ਸੁਰ ਵਿੱਚ ਗਾਇਆ ਜਾਂਦਾ ਹੈ। ਸ੍ਰੀ ਰਾਗ ਵਿੱਚ ਇੰਨੀ ਸ਼ਕਤੀ ਹੈ ਕਿ ਸਹੀ ਸੁਰਾਂ ਲਗਾ ਕੇ ਉੱਚੀ ਸੁਰ ਵਿੱਚ ਸ੍ਰੀ ਰਾਗ ਗਾਇਆ ਜਾਵੇ ਤੇ ਮੁਰਦਾ ਵੀ ਜਿਉਂਦਾ ਹੋ ਜਾਂਦਾ ਹੈ। ਸ੍ਰੀ ਰਾਗ ਦਾ ਪਹਿਲਾ ਸ਼ਬਦ ਕਲਯੁਗ ਦੇ ਪਰਥਾਏ ਉਚਾਰਨ ਕੀਤਾ ਔਰ ਮਹਾਤਮ ਦੱਸਿਆ ਕਿ ਜਿਹੜਾ ਵੀ ਮਾਈ ਭਾਈ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਸ ਸ਼ਬਦ ਦਾ ਜਾਪ 40 ਦਿਨ ਤੱਕ ਕਰੇਗਾ, ਉਸ ਦੇ ਉੱਪਰ ਕਲਯੁਗ ਦਾ ਪ੍ਰਭਾਵ ਨਹੀਂ ਪਵੇਗਾ। ਕਲਯੁਗ ਦੇ ਪ੍ਰਭਾਵ ਤੋਂ ਬਚ ਜਾਏਗਾ, ਕਿਉਂ ਕਲਯੁਗ ਦੇ ਪਰਥਾਏ ਉਹ ਸ਼ਬਦ ਉਚਾਰਨ ਕੀਤਾ ਹੈ। ਅਖੀਰਲਾ ਰਾਗ ਜੈਜਾਵੰਤੀ ਹੈ, ਜੋ 4 ਸ਼ਬਦ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ। ਸਭ ਤੋਂ ਪਹਿਲਾ ਰਾਗ ਸ੍ਰੀ ਰਾਗ, ਅਖੀਰਲਾ ਰਾਗ ਜੈਜਾਵੰਤੀ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਯਾਗ ਰਾਜ ਤਿਰਵੈਣੀ ਹੁੰਦੇ ਹੋਏ ਸਾਸਾਰਾਮ ਜਦੋਂ ਆਏ
प्रयागराज तो सासाराम आए। सासाराम लगातार 21 दिन तक रहे उत्थे। सिख संगतां नूं निहाल करते रहे। चाचा फग्गू मल नूं निहाल किया, जिसने बहुत बड़ा मकान बनाया होया सी, दरवाज़ा बहुत बड़ा रखिया सी, उच्चा रखिया सी। लोकां दे पुछण ते कि चाचा जी, सारे लोग चाचा जी आखदे सन, चाचा फग्गू मल। उतों का मुखी मसंद सी, क्या इन्ना बड़ा दरवाज़ा उच्चा क्यों रखा है? मैं इसलिए बड़ा उच्चा दरवाज़ा बनाया है कि गुरु साहब जी घोड़े ते सवार होके अंदर प्रवेश हो जान। उसनूं निहाल किया। फिर जदों 21 दिन बाद चलण लगे, उत्थों सिख संगतां ने बेनती की, गरीब निवाज कोई शुभ उपदेश दे जाओ ताकि साडा जीवन सफल हो जाए, आउण वाली साडी पीढ़ी दा भी भला होवे। तां उस समय 4 शब्द जैजावंती राग विच उच्चारण किया। वो 4 शब्द उच्चारण करके सासाराम दीआं संगतां नूं दे के आए सन। उन्हां दी अंश वंश विच वो शब्द वो संभाल के रखे हैं और उस जाप करते हैं। उस सो जैजावंती में 4 शब्द हैं गुरु तेग बहादुर साहब महाराज जी दे। सो ये शब्द अज दा सारंग राग विच भगत परमानंद जी का है। भगत परमानंद जी भगत कबीर जी दे दादा गुरु सन। भगत कबीर जी दे गुरु रामानंद, रामानंद दे गुरु परमानंद, जो जिला सोलापुर दे बसनीक सन। बारसी जिला सोलापुर दे बसनीक सन परमानंद जी, जो अरबी फारसी हिंदी संस्कृत दे बड़े बड़े ज्ञाता सन, संगीत दे धनी सन परमानंद जी। सो परमानंद जी दे पास एक आदमी रोजाना नितनेम अनुसार कथा सुनन आया करदा सी। पहला सारंग राग विच गुरु साहब जी बीज मंत्र मंगल उच्चारण कर रहे हैं। एक जो अद्वितीय पार ब्रह्म परमेश्वर, जो सजाती विजाती स्वैगत भेदां तो रहत है, देश काल वस्तु तो रहत है, वो अंकार सारियां दा प्रकाशक है। सत तीनों काल सच्चा आबाद रूप गुर चेतन स्वरूप प्रसाद अनंत स्वरूप है। जो अकाल पुरख वाहिगुरु इको एक सारियां दा प्रकाशक सचित अनंत स्वरूप है, वो गुरां दी किरपा द्वारे प्राप्त हुंदा है। इत्थे सारंग राग दा नाम है। सारंग पद दे कई अर्थ हैं, जिवें कवि ने एक दोहरा विच सारंग पद दे कई अर्थ दसे हैं। सारंग कहो सारंग चली लेकर सारंग हाथ, जेकर सारंग ना हो तो सारंग करता घात। सारंग नाम इस्त्री दा है, सारंग नाम घड़े दा है, सारंग नाम पानी दा है, सारंग नाम दीवे दा है, सारंग नाम सप दा है। सारंग कहो सारंग चली लेकर सारंग हाथ, सारंग इस्त्री पानी भरन वास्ते सारंग घड़ा लेकर चली। हथ विच दीवा भी फड़िया होया, एक हथ विच घड़ा एक हथ विच दीवा है। मूँह हनेरे गई सी, अजे हनेरा सी, चानना नहीं सी होया। जेकर सारंग ना हो तो, जेकर हथ विच दीवा ना हुंदा तो सारंग करता घात। राह विच सप बैठा सी, वो डंग मारदा। सो सारंग पद दे कई अर्थ हैं। इसे तरह 6वें पातशाह जी दे बारे चूड़ामन कवि भाई साहब भाई संतोख सिंह जी ने भी उच्चारण किया है। सारंग पै कब सारंग पै। कदे गुरु हरगोबिंद साहब महाराज सारंग हाथी दे उपर सवार होके चलते हैं, कदे सारंग घोड़े ते सवार होके चलते हैं। सारंग नाम हाथी का भी है, सारंग नाम घोड़े का भी है। इत्थे सारंग राग का नाम है। बीज मंत्र मंगल उच्चारण करके हुण भगत परमानंद जी शब्द उच्चारण करते हैं। भगत परमानंद जी के पास एक आदमी रोजाना नितनेम के अनुसार पुराणा की कथा सुनता सी, पर उहदे ख्यालात बड़े भैड़े सन। उहदा सुभाव बहुत भैड़ा सी। काफ़ी समा कथा सुनता रहा पर कोई असर ना होया, उहदे ख्यालात ना बदले। तो उसनूं ताड़ के उपदेश दिंदे हन,
ਭਗਤ ਪਰਮਾਨੰਦ ਜੀ ਸ਼ਬਦ ਉਚਾਰਨ ਕਰ ਰਹੇ ਹਨ। ਤੈ ਨਰ ਕਿਆ ਪੁਰਾਨ ਸੁਨ ਕੀਨਾ। ਐ ਪੁਰਸ਼ਾ, ਤੈਂ ਪੁਰਾਣਾਂ ਦੀ ਕਥਾ ਸੁਣ ਕੇ ਕੀ ਲਾਭ ਉਠਾਣਾ ਕੀਤਾ, ਕੀ ਲਾਭ ਲਿਆ? ਤੂੰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦਿੰਦਾ ਰਿਹਾ, ਕਥਾ ਨੂੰ ਹਿਰਦੇ ਵਿੱਚ ਵਸਾਇਆ ਨਹੀਂ। ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨਹਿ ਰੇ ਅਜਾਨ, ਕਾਲ ਤਉ ਪਹੁੰਚਿਓ ਆਨ ਕਹਾਂ ਜਾਏ ਹੈ ਭਾਜਰੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੈ ਜਾਵੰਤੀ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਹਨ ਕਿ ਦਿਨ ਰਾਤ ਪੁਰਾਣਾਂ ਦੀ ਕਥਾ ਸੁਣਦਾ ਰਿਹਾ, ਪਰ ਸਮਝਤ ਨਹਿ ਰੇ ਅਜਾਨ। ਐ ਅਗਿਆਤ ਬੇਸਮਝ ਪੁਰਸ਼ਾ, ਤੂੰ ਸਮਝਿਆ ਨਹੀਂ। ਕਥਾ ਤਾਂ ਸੁਣਦਾ ਰਿਹਾ, ਪਰ ਤੂੰ ਕਥਾ ਨੂੰ ਸਮਝ ਕੇ ਹਿਰਦੇ ਵਿੱਚ ਧਾਰਨ ਨਹੀਂ ਕੀਤਾ। ਤੈਂ ਨਰ ਕਿਆ ਪੁਰਾਣ ਸੁਣ ਕੀਨਾ। ਐ ਪੁਰਸ਼ਾ, ਤੂੰ ਪੁਰਾਣਾਂ ਦੀ ਕਥਾ ਸੁਣ ਕੇ ਕੀ ਲਾਭ ਖੱਟਿਆ? ਅਨ ਭਾਵਨੀ ਭਗਤ ਨਹੀਂ ਉਪਜੀ। ਅਨ ਭਾਵਨੀ, ਜੋ ਇੱਕ ਰਸ ਪਰਮਾਤਮਾ ਦੀ ਪ੍ਰੇਮਾ ਭਗਤੀ ਤੇਰੇ ਹਿਰਦੇ ਵਿੱਚ ਉਤਪੰਨ ਨਾ ਹੋਈ, ਜੋ ਪ੍ਰੇਮਾ ਭਗਤੀ ਤੇਰੇ ਹਿਰਦੇ ਵਿੱਚ ਪੈਦਾ ਹੋਣੀ ਸੀ ਉਹ ਨਹੀਂ ਹੋਈ। ਭੁਖੈ ਦਾਨ ਨ ਦੀਨਾ। ਤੇ ਤੂੰ ਭੁੱਖਿਆਂ ਨੂੰ ਦਾਨ ਵੀ ਨਹੀਂ ਦਿੱਤਾ। एक कवि ने बहुत सोहना कहा है, खाने का स्वाद पहले औरों को खिलाए लेवै, रसना का स्वाद नित हरि गुण गाई है। खाण तो पहला दूजे ਨੂੰ ਖਵਾ ਲਓ, ਫਿਰ ਆਪ ਪਿੱਛੋਂ ਛਕੋ। ਜਿਵੇਂ ਇਬਰਾਹਿਮ ਬਾਦਸ਼ਾਹ ਦੀ ਸਾਖੀ ਆਉਂਦੀ ਹੈ। ਇਬਰਾਹਿਮ ਬਾਦਸ਼ਾਹ ਜਦੋਂ ਸਤਸੰਗ ਵਿੱਚ ਗਿਆ, ਸੰਤਾਂ ਪਾਸੋਂ ਕਥਾ ਸੁਣੀ। ਸੰਤ ਮਹਾਪੁਰਖ ਕਹਿ ਰਹੇ ਸਨ, ਖਾਣੇ का स्वाद पहले औरों को खिलाए लेवै। ਪਹਿਲਾਂ ਅਭਿਆਗਤ ਨੂੰ ਪਹਿਲਾਂ ਛਕਾ ਕਰਕੇ ਫਿਰ ਮਗਰੋਂ ਛਕਣਾ ਚਾਹੀਦਾ ਹੈ। ਉਸਨੇ ਇਹ ਗੱਲ ਪੱਲੇ ਬੰਨ ਲਈ। ਇੱਕ ਦਿਨ ਨਿਤਨੇਮ ਕਰ ਰਿਹਾ ਸੀ ਕਿ ਭੁੱਖਾ ਫਕੀਰ ਆ ਗਿਆ, ਉੱਚੀ ਰੌਲਾ ਪਾਉਣ ਲੱਗਿਆ, ਮੈਂ ਬਹੁਤ ਭੁੱਖਾ ਹਾਂ, ਮੈਨੂੰ ਰਜਾ ਕੇ ਭੋਜਨ ਛਕਾਓ। ਇਬਰਾਹਿਮ ਬਾਦਸ਼ਾਹ ਨੇ ਕਿਹਾ ਕਿ ਐ ਫਕੀਰ ਥੋੜਾ ਸਬਰ ਕਰ, ਮੈਂ ਨਿਤਨੇਮ ਕਰ ਰਿਹਾ, ਵਿਹਲੇ ਹੋ ਕਰਕੇ ਤੈਨੂੰ ਰਜਾ ਕੇ ਭੋਜਨ ਛਕਾਵਾਂਗਾ। ਪਰ ਉਹ ਰੌਲਾ ਪਾਉਣੋਂ ਨਾ ਹਟਿਆ, ਉੱਚੀ ਰੌਲਾ ਪਾਉਂਦਾ ਰਿਹਾ। ਫਿਰ ਰੱਬ ਨੂੰ ਗਾਲ ਕੱਢਣ ਲੱਗਿਆ। ਨਿਤਨੇਮ ਪੂਰਾ ਕਰਕੇ ਬਾਹਰ ਨਿਕਲਿਆ, ਬੜਾ ਗੁੱਸਾ ਆਇਆ ਕਿ ਬੜਾ ਬੇਸਬਰਾ ਫਕੀਰ ਹੈ, ਇਸ ਨੂੰ ਸਬਰ ਸੰਤੋਖ ਨਹੀਂ, ਨਾਲੇ ਰੱਬ ਨੂੰ ਗਾਲ ਕੱਢ ਰਿਹਾ। ਉਸ ਨੂੰ ਦਬਕਾ ਮਾਰਿਆ, ਜਾ ਭੱਜ ਜਾ ਇੱਥੋਂ, ਤੂੰ ਤਾਂ ਪਖੰਡੀ ਸਾਧ ਹੈ, ਐਵੇਂ ਫਕੀਰੀ ਬਾਣਾ ਪਾਈ ਫਿਰਦਾ ਹੈ, ਰੱਬ ਤੇ ਭਰੋਸਾ ਨਹੀਂ, ਰੱਬ ਨੂੰ ਗਾਲ ਕੱਢਦਾ ਹੈ, ਜਾਂ ਤੈਨੂੰ ਮੈਂ ਰੋਟੀ ਦਾ ਇੱਕ ਟੁਕੜਾ ਵੀ ਨਹੀਂ ਦਿਆਂਗਾ। ਤੇ ਉਸੇ ਵੇਲੇ ਆਕਾਸ਼ ਬਾਣੀ ਹੋਈ, ਐ ਇਬਰਾਹਿਮ ਬਾਦਸ਼ਾਹ ਉਸ ਨੂੰ ਰੋਟੀ ਦੇ ਦੇ, ਉਸ ਨੂੰ ਖਾਲੀ ਨਾ ਮੋੜ। ਕਹਿੰਦੇ ਨਹੀਂ ਖੁਦਾ, ਇਸ ਨੇ ਆਪ ਜੀ ਨੂੰ ਗਾਲ ਕੱਢੀ ਹੈ। ਕਹਿੰਦੇ ਮੈਨੂੰ ਪਤਾ ਹੈ। ਰੱਬ ਨੇ ਕਿਹਾ ਮੈਨੂੰ ਪਤਾ ਹੈ, ਜਦ ਤੋਂ ਇਹ ਜੰਮਿਆ ਹੈ, ਜਦ ਤੋਂ ਇਸ ਨੇ ਸੁਰਤ ਸੰਭਾਲੀ ਹੈ, ਤਦ ਤੋਂ ਦਿਨ ਰਾਤ ਮੈਨੂੰ ਗਾਲ ਕੱਢਦਾ ਰਹਿੰਦਾ ਹੈ। ਮੈਂ ਇਸ ਨੂੰ ਕੁਝ ਨਹੀਂ ਕਹਿੰਦਾ, ਫਿਰ ਵੀ ਮੈਂ ਇਸ ਨੂੰ ਭੁੱਖਾ ਨਹੀਂ ਰੱਖਦਾ। ਤੂੰ ਵੀ ਇਸ ਨੂੰ ਭੁੱਖਾ ਨਾ ਛੱਡ, ਇਸ ਨੂੰ ਰੋਟੀ ਦੇ ਦੇ। ਸੋ ਭੁੱਖਿਆਂ ਨੂੰ ਭੋਜਨ ਦੇਣਾ ਬਹੁਤ ਪੁੰਨ ਦਾ ਕੰਮ ਹੈ। ਹਿੰਦੂ ਸ਼ਾਸਤਰਾਂ ਵਿੱਚ ਪੰਕਤੀ ਆਉਂਦੀ ਹੈ ਕਿ ਅੰਨੰ ਬ੍ਰਹਮੰ, ਅੰਨ ਹੀ ਬ੍ਰਹਮ ਹੈ। ਸੋ ਅੰਨ ਦਾਨ ਸਮਦਾਨ ਨਹਿ, ਅੰਨ ਦਾਨ ਦੇ ਸਮਾਨ ਹੋਰ ਕੋਈ ਦਾਨ ਨਹੀਂ। ਭੁੱਖੇ ਨੂੰ ਦਾਨ ਦੇਣਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹੀ ਉਪਦੇਸ਼ ਹੈ, ਭੁੱਖੇ ਨੂੰ ਭੋਜਨ ਦਿਓ, ਨੰਗੇ ਨੂੰ ਵਸਤਰ ਦਿਓ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਸੋ ਅੰਨ ਪਾਵਨੀ ਭਗਤ ਨਹੀਂ ਉਪਜੀ। ਇੱਕ ਰਸ ਪਰਮਾਤਮਾ ਦੀ ਪ੍ਰੇਮਾ ਭਗਤੀ ਤੇਰੇ ਹਿਰਦੇ ਵਿੱਚ ਉਤਪੰਨ ਨਹੀਂ ਹੋਈ, ਨਾ ਹੀ ਤੂੰ ਭੁੱਖਿਆਂ ਨੂੰ ਦਾਨ ਦੇਣਾ ਕੀਤਾ। ਰਹਾਉ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਹੇ ਭਾਈ, ਤੈਨੂੰ ਆਸੁਰੀ ਸੰਪਦਾ ਦਾ, ਅਵਗੁਣਾ ਦਾ ਤਿਆਗ ਕਰਨਾ ਚਾਹੀਦਾ ਸੀ, ਪਰ ਤੂੰ ਅਵਗੁਣਾ ਦਾ ਤਿਆਗ ਨਹੀਂ ਕੀਤਾ। ਕਾਮ ਨਾ ਵਿਸਰਿਓ, ਤੇਰੇ ਹਿਰਦੇ ਤੋਂ ਕਾਮ ਚੇਸ਼ਟਾ ਨਹੀਂ ਭੁੱਲਿਆ। ਦਿਨ ਰਾਤ ਕਾਮ ਦਾ ਸਤਾਇਆ ਹੋਇਆ, ਸੰਤਾਪਿਆ ਹੋਇਆ, ਕਾਮ ਦੇ ਅਧੀਨ ਹੋ ਕੇ ਫਿਰਦਾ ਰਿਹਾ।
क्रोध न विसरियो, तेरे अंदरों क्रोध भी नहीं भुलिया, दिन रात क्रोध विच रहिंदा है। कलगीधर दशमेश पिता जी का फरमान है, खालसा सोई जो क्रोध को पालै। क्रोध नूं पालना चाहिए, क्रोध नूं मारना चाहिए। जो क्रोध नूं मारदा वही खालसा है, वही प्योर है, शुद्ध है। पर ਇਹਦੇ ਅੰਦਰੋਂ क्रोध नहीं विसरिया। क्रोध शरीर ਨੂੰ ਕਾਮ क्रोध काया को गल है। ਕਾਮ ਤੇ क्रोध शरीर ਨੂੰ ਗਾਲ ਦਿੰਦੇ ਹਨ। ਜਿਉਂ ਕੰਚਨ ਸੁਹਾਗਾ ਢਾਲ ਹੈ, ਜਿਵੇਂ ਸੁਹਾਗਾ ਸੋਨੇ ਨੂੰ ਗਾਲ ਦਿੰਦਾ, ਇਸੇ ਤਰ੍ਹਾਂ ਕਾਮ क्रोध ਸਰੀਰ ਨੂੰ ਗਾਲ ਦਿੰਦਾ ਹੈ। ਪੰਚਮ ਪਿਤਾ ਜੀ ਸਹਿਜ ਕੀਰਤੀ ਵਿੱਚ ਫਰਮਾਉਂਦੇ ਹਨ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਨੈ ਚਿਤ ਹਰਨੰ ਤ੍ਰੈਲੋਕ ਗਮਯੰ ਜਬ ਤਬ ਸੀਲ ਵਿਦਾਰਨੈ। ਇਸੇ ਤਰ੍ਹਾਂ क्रोध ਬਾਰੇ ਉਚਾਰਨ ਕੀਤਾ, ਹੈ ਕਲ ਮੂਲ क्रोधं ਕਦੰਚ ਕਰੁਣਾ ਨਾ ਉਪਰ ਜਥੇ ਵਿਖਿਅੰਤ ਜੀਵੰ ਵਸਯੰ ਕਰੋਤ ਨਿਰਤਯੰ ਕਰੋਤ ਜਥਾ ਮਰਕਟ ਹੈ। हे ਕਲਾ ਰੂਪ क्रोध, ਤੂੰ ਕਿਸੇ ਜੀਵਾਂ ਉੱਪਰ ਦਇਆ ਨਹੀਂ ਕੀਤੀ, ਤੂੰ ਜੀਵਾਂ ਨੂੰ ਆਪਣੇ ਅਧੀਨ ਕੀਤਾ ਹੋਇਆ। क्रोधी पुरुष इस तरह आल पताल बोलदा नचदा है, जथा मरकट है। नृत्यं करोद जथा मरकट है, इस तरह नृत्यकारी करता है, इस तरह नचदा है। जथा मरकट है, मरकट नाम बांदर दा, जिवें बांदर नचदा है इस तरह क्रोधी पुरुष नचदा है। वो अन्ना बोला हो जाता है। क्रोध जदों हावी हुंदा है ते ना किसी दी गल सुनदा है, आल पताल बोली जाता है। सिख पंथ के महान विद्वान पंडित गुलाब सिंह जी ने प्रबोध चंद्र नाटक ग्रंथ की रचना की है, जिस विच एक पासे मोह राजा है, दूजे पासे विवेक राजा है। मोह राजे की सेना विच काम क्रोध लोभ हंकार निंदा चुगली ईर्खा बखीली ये सब फौजां मोह राजे दियां सेना विच। विवेक राजे की सेना भी सत संतोख विचार धीरज धर्म करुणा मैत्री मुदता ये सब शुभ गुणा रूपी फौज हैं। दोहां की लड़ाई हुंदी है, विवेक राजे की जित हुंदी है। जो मोह राजे का सेनापति है क्रोध, वो कहता मेरे विच इन्नी ताकत है कि मैं बंदे नूं अन्ना ते बोला कर दिंदा है। प्रबोध चंद्र नाटक विच जिक्र आया क्रोधो वाच, क्रोध कहता है अंध करो दृगवंतन को श्रुतवंतन को बदरो कर डारो। अखां वालियां नूं मैं अन्ना कर दिंदा है, कन्ना वालियां नूं मैं बोला कर दिंदा है। अंध करो दृगवंतन को श्रुतवंतन को बदरो कर डारो। इन्नी ताकत है क्रोध विच, अन्ना बोला कर दिंदा है। सो तेरे अंदरों ना काम चेष्टा भुलिया ना क्रोध भुलिया। लोभ न छूटियो देवा, हे भाई तेरे अंदरों पदार्थां दा लोभ भी नहीं छुटिया। पर निंदा मुख ते नहीं छूटी, हे भाई तेरे मुखों पराई निंदा करनी भी नहीं छुटी, तू निंदा दा भी त्याग नहीं किया। उस्तद निंदा दो विवर्जित तजो मान अवमाना। जिथे निंदा का त्याग करना कहा उथे झूठी तारीफ करनी भी बुरी है, वो निंदा दे तुल है। किसी की झूठी तारीफ करनी निंदा दे समान है। भाई किसी का मोबाइल बंद करो। सो पर निंदा मुक्ते नहीं छूटी, हे भाई तेरे मुख तो पराई निंदा भी नहीं छूटी। निफल पाई सब सेवा, और भला तो तेरा की होना सी, अगों की लाभ होना सी। पिछे जो तू सेवा की थी वो सेवा भी तेरी निष्फल जाती रही। बाट पार कर मूस बिरानो, तू बाट राहियां मुसाफरां नूं पाड़ के ठगियां मार के राह भटका के राहजनी करके पराए घरां विच वड़ के धन चुरा लियांदा। घर मूसा घर नूं लुट लिया कि केड़ा कोई देखदा है। हड पट्टन विच मंदर पन्ना कर चोरी कर आवे। अगों देखा पिछों देखा तुझते कहाँ छपावे। हे वाहिगुरु तैथों कौन छपा सकता है, तू तो देख रहा है। बाढ़ पार घर मूस बिरानो,
ਬਾਟ ਪਾਰੀ ਕਰਦਾ ਰਿਹਾ, ਬਟਵਾਰੀ ਕਰਦਾ ਰਿਹਾ, ਲੜਾਈਆਂ ਮੁਸਾਫਰਾਂ ਨੂੰ ਲੁੱਟਦਾ ਰਿਹਾ, ਪਰਾਏ ਘਰਾਂ ਦਾ ਧਨ ਚੁਰਾਉਂਦਾ ਰਿਹਾ। पेट भरै अपराधी ਹੇ ਅਪਰਾਧੀ ਨੀਚ ਪੁਰਸ਼ਾ, ਤੂੰ ਪਰਾਏ ਧਨ ਨੂੰ ਚੁਰਾ ਕੇ ਆਪਣਾ ਪੇਟ ਭਰਦਾ ਹੈ। जे परलोक जाए अपकीरत ਜਿੰਨਾ ਕਰਮਾਂ ਕਰਕੇ ਪਰਲੋਕ ਵਿੱਚ ਜਾਣਾ ਹੈ, ਉਹ ਪਰਲੋਕ ਤੇਰਾ ਨਿਸਫਲ ਜਾ ਰਿਹਾ ਹੈ। ਤੇਰਾ ਇਹ ਲੋਕ ਤਾਂ ਵਿਗੜਿਆ ਹੀ, ਪਰਲੋਕ ਵੀ ਵਿਗੜ ਗਿਆ। ਨਾ ਇਸ ਲੋਕ ਦਾ ਸੁੱਖ ਨਾ ਪਰਲੋਕ ਦਾ ਸੁੱਖ ਤੈਨੂੰ ਮਿਲੇਗਾ, ਤੇ ਇਸ ਲੋਕ ਵਿੱਚ ਅਪਕੀਰਤ ਅਪਜਸ ਨਿੰਦਾ ਹੋਵੇਗੀ। सोई अविद्या साधी ਸੋਈ ਅਵਿਦਿਆ, ਉਹੀ ਮੂਰਖਤਾਈ ਸਾਦੀ ਕੀਤੀ ਹੈ, ਉਹੀ ਮੂਰਖਤਾਈ ਤੈਂ ਕੀਤੀ ਹੈ। ਮੂਰਖ ਜਿਹੜਾ ਹੈ ਉਹ ਹਰ ਸਮੇਂ ਮੂਰਖਤਾਈ ਵਾਲੇ ਹੀ ਕੰਮ ਕਰਦਾ ਹੈ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਇ ਨਾਉ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਮੂਰਖ ਤੇ ਸਿਆਣਾ ਦੋ ਨਾਉ ਹਨ, ਪਰ ਜੋਤ ਇੱਕੋ ਹੀ ਹੈ। ਇੱਕ ਮੂਰਖਤਾਈ ਕਰਕੇ ਮੂਰਖ ਕਹਾਉਂਦਾ, ਇੱਕ ਸਿਆਣਪ ਕਰਕੇ ਸਿਆਣਾ ਕਹਾਉਂਦਾ ਹੈ। ਮੂਰਖਾਂ ਦੇ 6 ਲੱਛਣ ਦੱਸੇ ਹਨ ਵਿਦਵਾਨਾਂ ਨੇ। अत्याचारी, अनाचारी, अत निंदा, अत ऊप। मूर्ख के खट लक्षण है, अत हासी, अत चूप। मूर्ख अव्वल दर्जे का अत्याचारी हुंदा है, फिर अनाचारी, शिष्टाचार का ज्ञान नहीं। जे उसदे घरे कोई मेहमान आ गया तो खुशी नहीं, चला गया तो कोई सोग नहीं, पश्चाताप नहीं। अत्याचारी, अनाचारी, अत निंदा, अत ऊप। जे किसी की निंदा करेगा तो रज के निंदा करेगा, जे किसी की तारीफ करेगा तो तारीफां दे पुल बन देगा। ये मूर्खां दे लक्षण हैं। मूर्ख के खट लक्षण है, अत हासी अत चूप। जे मूर्ख हसन लग पिया तो हसदा ही रहेगा, जे चुप कर गया तो मौनी बन जाएगा, मौन धारण कर लेगा। ये 6 लक्षण हैं मूर्खां दे, जो मूँह आदिक इंद्रियां नूं अगे रख के चलते हैं, मूँह मुलाजा काम करते हैं। कलयुगी जीव 2 इंद्रियां नूं अगे रख करके काम करते हैं, एक मूँह रखण वास्ते, एक नक रखण वास्ते। समाज विच बरादरी विच नक रखण वास्ते काम करता है, दिलों काम नहीं करता। देखा देखी लोग दिखावा करता है। एक मूँह रखण वास्ते, एक नक रखण वास्ते। सोई अविद्या साधी, ओही मूर्खताई तैं कीती है। हिंसा तो मन ते नहीं छूटी हे भाई, तेरे मन तो हिंसा भी नहीं छूटी। हिंसा 3 प्रकार की कथन की है। मन की हिंसा, बाणी की हिंसा, तन की हिंसा। मन की हिंसा है जो किसी का बुरा चित बना, ये मन की हिंसा है। बाणी की हिंसा, किसी नूं कौड़े बोल बोलने, किसी नूं गाल कढ़नी, ये बाणी की हिंसा है। तन की हिंसा, शस्त्र लेके किसी नूं जानों मार देना, है तन की हिंसा है। 3 प्रकार की हिंसा है, मन बाणी शरीर की हिंसा। ते हिंसा जीव हिंसा तू अपने मन तो छड्डी नहीं। गुरबाणी विच फरमान है, जीव बद्धो सो धर्म कर थापो, अधर्म कहो कद पाई। जे जीव हत्या करनी, जीव हिंसा करनी धर्म का काम है, तो अधर्म की है? अधर्म किस नूं कहंदे हो? जीव बद्धो सो धर्म कर थापो। जीव हिंसा करनी धर्म का काम आखदे हो, अधर्म कहो कद पाई। आपस कहो मुनवर कर थापो, काको कहो कसाई। जीव हिंसा करके, झोटे की बलि दे के, बकरे की बलि दे करके आखदे हो असी मुनी हाँ, श्रेष्ठ मुनी हाँ, ते कसाई किनू आखोगे? तुसी भी तो कसाई हो। कसाई एक अपने पेट भरन वास्ते, परिवार के पालन पोषण वास्ते बकरे वड्डदा है। तुसी देवतियां नू प्रसन्न करन वास्ते बलि चढ़ाउंदे हो, तुसी भी कसाई हो। काको कहो कसाई, फिर कसाई किनू कहोगे? जे जीव हिंसा करनी धर्म का काम है, तो अधर्म की है? सो भगत परमानंद जी कहते हैं, हिंसा तो मन ते नहीं छूटी। मन तो 3 प्रकार की हिंसा नहीं छूटी। जी दया नहीं पाली ते अपने दिल विच
दया नहीं कीती, जीवां उपर दया नहीं पाली, नहीं कीती। 68 तीरथ सगल पुन जी दया प्रवान। एक जीव उपर दया करन दे नाल 68 तीर्थां ते इशनान करन दा फल घर बैठिਆਂ प्राप्त हो जाता है। सो जीव उपर दया करनी चाहिदी है। जिवें एक साखी आउंदी है, एक मुसलमान इस्त्री रायबा सी, जो बादशाह की लड़की सी, दुश्मन राजे ने चढ़ाई कर दी ते उसकी जो दाई सी वो रायबा नूं लैके पिछले दरवाज़ों बाहर निकल आई, संतां दे डेरे आ गई। उत्थे ही रायबा की परवरिश हुई, सत्संग करन दे नाल नाम का रंग चढ़िया, नाम जपण लगी, ਉਹਦਾ ਹਿਰਦਾ शुद्ध हो गया। एक दिन वो दाई रायबा नूं लैके बाजार जा रही सी ते एक उसनूं बेसवा मिल गई, लालच दिता धन दा, उस दाई ने रायबा बेच दी। वो बेसवा अपने घर ले गई, उत्थे बंदे आउण लगे। एक नौजवान गया रायबा कोल, पर ये नाम दे प्रताप करके जदों रायबा दे कोल गया तो अन्ना हो गया, अखां बंद हो गई, पिछा मुड़दा सुजाका हो जाता है, अगे बढ़ता है, अन्ना हो जाता है। उसने चरण फड़ लै रायबा दे, माँ माँ कहन लग्या, तू मेरी माँ है, धर्म की माँ, अज तो पुत्र बना लिया, अपने घर ले आया। तो एक दिन हाजी लोग हज यात्रा नूं जा रहे सन। रायबा ने इच्छा जाहिर की, अपने धर्म के पुत्र नूं कहा कि मेरी भी इच्छा हज यात्रा करन दी। सारा प्रबंध कर दिता, खाण पाण दे होर पैसे दे दिते, हाजियां दे जत्थे नाल रला दिता। जदों रायबा नूं लैके उहदा पुत्र गया हाजियां कोले, ते सारे कहन लगे इस्त्री नहीं जा सकती, क्योंकि मुसलमानां विच इस्त्री ना तो मसीत में जाके नमाज पढ़ सकती है, ना हज यात्रा कर सकती है, पाबंदी है। पर साडे गुरमत विच कोई पाबंदी नहीं। नर मनुखा नूं एक निधाना, इस्त्री पुरुषां नूं एक बराबर अधिकार है नाम जपण दा, सत्संग विच आउण दा, कोई पाबंदी नहीं है। पर मुसलमानां विच इस्त्री हज नहीं कर सकती, नमाज नहीं पढ़ सकती। पर किसी सियाणे बुजुर्ग ने कहा कि चलो इहदी इच्छा है तो लै चलो, नाल लै गए। कुछ दूर गए तो राह विच एक कुत्ता कुत्ती ते उहदे कतूरे निक्के निक्के प्यास दे नाल तड़फ रहे सन। सारे हाजी जड़े नज़र अंदाज करके अगे लंघ गए। रायबा तो सहारिया ना गया, इधर उधर देखा, एक खूह नज़र आया। खूह विच पानी बहुत थल्ले सी, थोड़ा पानी सी। उसने अपना दुपट्टा लमकाया पर पानी तक ना अपड़ सकिया। फिर रायबा दे बाल बड़े लंबे सन, सिर दे बाल बड़े लंबे लंबे सन। सारे बालों नूं पुट के बट के रस्सी बना लई और दुपट्टे दे नाल जोड़ करके लमकाया, ते दुपट्टा गिला हो गया पानी दे नाल। वो दुपट्टा बाहर कढ़ के निचोड़ के कतूरियां दे मूँह च पाया। वो सुखी हो गए प्यास दे नाल जो तड़फ रहे सन। उत्थे बैठ के सजदा करन लगी, नमाज पढ़न लगी। हाजी सारे गए मक्के की जियारत करने वास्ते, ते उत्थे मक्का है ही नहीं। आंढ गुआंढ पुछया सी, हर साल आउंदे आ हज यात्रा वास्ते, इत्थे मक्का हुंदा सी, मक्का किधर गया? एक अनुभवी मुसलमान ने कहा कि इथों 60 कोहां की दूरी ते एक रायबा नामे इस्त्री आ, उन्होंने दर्शन देने वास्ते गया मक्का। उन्होंने दर्शन देने वास्ते गया। बड़े हैरान होए, रायबा ने ऐसा की काम किया जो मक्का उठ के अपनी जगह तो दर्शन देने वास्ते 60 कोहां की दूरी ते गया। वापस आए, रायबा के आस पास सारे जानवर बैठे हैं निर्भय होके। राह विच हाजियां ने मांस का भोजन खाधा। जदों रायबा कोले आए सारे जानवर उठ के दौड़ गए। पहला तो एक शंका सी कि मक्का उठ के 60 कोहां की दूरी ते किवें आया, ते दूजा सानू देख के जानवर क्यों दौड़ गए। रायबा नूं जदों पुछया ते रायबा ने पुछया कि रात तुसां की खाधा सी? कहा कि असी मांस खाधा सी, गोश्त खाधा सी।
क्या तुसी मांसाहारी हो, इस करके जानवर उठ के भज गए, दौड़ गए। कहते ये दस कि मक्का तेरे कोल उठ के क्यों आया, किवें आया, तू की काम कीता। कि असीं जदों जा रहे सी मक्के दी ज़ियारत वास्ते, कतूरे प्यास दे नाल तड़प रहे सन, तुसां ने भी देखा, पर नज़रअंदाज करके अगे लंघ गए। मैथों सहारिया ना गया, मैं उपराला करके इन्हां दे मूँह च पानी पाया, होर कुछ नहीं किया। इसे करके मक्का दर्शन देण वास्ते आया। एक कवि ने बहुत सोहना कहा है कि सिर की शोभ उतार के चीन्यो आत्म राम, 60 कोस मक्का मिलिया देख दया के काम। दया दा काम देख करके दया कीती, कतूरियां नूं पानी पिलाया, मक्का उठ करके दर्शन देण वास्ते आ गया। सो एक जीव उपर दया करन दे नाल 68 तीर्थां ते स्नान करन दा फल घर बैठिया प्राप्त हो जाता है। सो हिंसा तो मन ते नहीं छूटी, जी दया नहीं पाली। तेरे मन तो हिंसा भी नहीं छूटी, ना जीवां उपर दया कीती। परमानंद साध संगत मिल, परमानंद भगत आखदे हन, कथन कर रहे हैं सत परमात्मा दी सत संगत दे नाल मिल करके कथा पुनीत न चाली। परमात्मा दे सत्संग दरबार में जो पवित्र पावन सब ते उत्तम हर की कथा हो रही सी, वो कथा सुन करके उस दे अनुसार तू चलना ना कीता। कथा नू सुन के हृदय विच धारण नहीं किया, अपना आचरण नहीं बदलिया। छाड़ मन हर विमुखन को संग। सो साध संगत जी अगला शब्द भगत सूरदास जी का एक तुक उचारी है, छाड़ मन हर विमुखन को संग। हे मन, हे प्यारे, हरि तो बेमुख आदमियों का सागत पुरुषों का संग त्याग दे, क्योंकि जो हरि परमात्मा तो बेमुख हैं उन्हों का जमना मरना हुंदा रहिंदा है। बेमुख होए राम ते लगन जन्म विजोग। भगत सूरदास जी की एको तुक है, सारा शब्द उच्चारण नहीं किया। सारा शब्द जो उच्चारण किया है भाई बन्नो वाली बीड़ विच जो मांगट जिला गुजरात विखे है, उन्हों की संतान कोल है सी। हुण वो बीड़ कित्थे है पता नहीं, उस विच सारा शब्द दर्ज है। भाई बन्नो वाली बीड़ विच ये सारा शब्द दर्ज है। पर इतिहासकारां ने कहा है जदों एक तुक उचारी, छाड़ मन हर विमुखन को संग, ते भगत सूरदास जी की समाधि लग गई, अगों कोई शब्द नहीं उच्चारण किया, एको तुक उच्चारण की। भगत सूरदास हिंदी, संस्कृत, अरबी, फारसी के महान विद्वान, महान कवि सन। ब्रिज के 8 कवियां चों इन्हां दा नाम आउंदा भगत सूरदास जी का, जो कृष्ण के उपासक सन। ये जमांदरू अन्ने नहीं सन, सूरदास नहीं सन। बाद विच अपनियां अखां आप फोड़ लईआं। इहदी भी लंबी साखी है। तो पहला जमांदरू अन्ने नहीं सन। सूरदास भगत दी समाधि लग गई। 6वें पातशाह मेरी पीरी दे मालक श्री गुरु हरगोबिंद साहब महाराज जी का स्वरूप अपने हृदय विच वसा लिया। निर्विकल्प समाधि लग गई। प्रेम दे खिंचे हुए श्री गुरु हरगोबिंद साहब महाराज आए घोड़े ते असवार होके दर्शन देण वास्ते। आवाज मारी, भगत जी असी आ गए। आवाज सुन करके भज के सूरदास ने 6वें पातशाह जी के चरण फड़ लए। घोड़े ते असवार हन, रकाब विच चरण हन, चरण फड़ लए। गुरु साहिब ने कहा भगत जी चरण छड्डो। कहते मैं चरण नहीं छड्डांगा। चरण न छाड़ो शरीर कल जाई, बेशक मेरा शरीर चला जाए, मैं चरण नहीं छड्डांगा। बार बार कहने ते जदों भगत सूरदास जी ने चरण नहीं छड्डे तां गुरु हरगोबिंद साहब महाराज जी ने झटका दे के बलपूर्वक चरण छड़ा लिया। भगत सूरदास जी आखदे हन, महाराज ये की गल होई, मैं कमजोर हाँ, तुसी बली हो, महान योद्धे हो, बलपूर्वक झटका दे के चरण छड़ा लिया तां की होया? मेरे हृदय चों निकल के दिखाओ तां मैं तुहानू बली समझांगा। एक कवि ने भगत सूरदास जी बारे लिखा है, जो बेनती की गुरु चरना विच वो इस तरह है
कि बाँह छुड़ाए तुम जात हो निर्बल जान कै मोहे, ਹਿਰਦੇ ਤੇ ਜਬ ਜਾਹੋਗੇ ਬਲੀ ਪਛਾਨੋ ਤੋਏ। ਮੇਰੇ ਹਿਰਦੇ ਚੋਂ ਨਿਕਲ ਕੇ ਦਿਖਾਓ, ਤੁਹਾਡਾ ਸਰੂਪ ਮੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ, ਮੇਰੇ ਹਿਰਦੇ ਚੋਂ ਨਿਕਲ ਕੇ ਦਿਖਾਓ ਤਾਂ ਮੈਂ ਤੁਹਾਨੂੰ ਬਲੀ ਸਮਝਾਂਗਾ। ਸੋ ਐਸੇ ਭਗਤ ਸੂਰਦਾਸ ਜੀ ਨੇ ਇੱਕ ਤੁਕ ਉਚਾਰਨ ਕੀਤੀ, ਸਮਾਧੀ ਲੱਗ ਜਾਣ ਕਰਕੇ ਪੂਰਾ ਸ਼ਬਦ ਉਚਾਰਨ ਨਹੀਂ ਕਰ ਸਕੇ। ਸਾਰੰਗ ਮਹੱਲਾ ਪੰਜਵਾ। ਸੂਰਦਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸਾਰੰਗ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਉਚਾਰਨ ਕਰਕੇ ਭਗਤ ਸੂਰਦਾਸ ਜੀ ਨੂੰ ਸਰੋਪਾਉ ਦਿੱਤਾ ਹੈ। ਇਸ ਕਰਕੇ ਸਾਰੰਗ ਮਹੱਲਾ ਪੰਜਵਾ ਤੇ ਸੂਰਦਾਸ ਦੋਵੇਂ ਨਾਮ ਲਿਖੇ ਹੋਏ ਹਨ। ਸ਼ਬਦ ਉਚਾਰਨ ਕਰਕੇ ਜਿਸ ਨੂੰ ਸਰੋਪਾਉ ਦਿੱਤਾ ਜਾਵੇ ਉਹ ਉਸੇ ਦਾ ਹੋ ਜਾਂਦਾ ਹੈ। ਹੁਣ ਸ਼ਬਦ ਸੂਰਦਾਸ ਜੀ ਦਾ, ਪਰ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕਰਕੇ ਸਰੋਪਾਉ ਦਿੱਤਾ। ਹੁਣ ਬੀਜ ਮੰਤਰ ਉਚਾਰਨ ਕਰਦੇ ਹਨ। ਇੱਕ ਜੋ ਅਦੁੱਤੀ ਪਾਰਬ੍ਰਹਮ ਪਰਮੇਸ਼ਰ ਜੋ ਸਰਵ ਵਿਆਪਕ ਸਰਵ ਸ਼ਕਤੀਮਾਨ ਸੱਚੇ ਆਨੰਦ ਸਰੂਪ ਹੈ, ਗੁਰੂਆਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹੁਣ ਭਗਤ ਸੂਰਦਾਸ ਜੀ ਸ਼ਬਦ ਉਚਾਰਨ ਕਰ ਰਹੇ ਹਨ। ਹਰ ਕੇ ਸੰਗ ਬਸੇ ਹਰ ਲੋਕ। ਹਰੀ ਦੇ ਲੋਕ, ਹਰੀ ਦੇ ਭਗਤ ਜਨ ਹਰੀ ਪਰਮੇਸ਼ਰ ਦੇ ਨਾਲ ਹੀ ਵਸਦੇ ਹਨ। ਹਰ ਕੇ ਲੋਕ, ਇਹ ਲੋਕ ਸ਼ਬਦ ਚੌਥੇ ਪਾਤਸ਼ਾਹ ਜੀ ਨੇ ਪ੍ਰਚਲਿਤ ਕੀਤਾ। ਲੋਕ, ਹਰੀ ਦੇ ਲੋਕ, ਹਰੀ ਦੇ ਸੰਤ ਜਨ ਭਗਤ ਜਨ, ਹਰੀ ਦੇ ਸੰਤ ਜਨ ਭਗਤ ਜਨ ਹਰੀ ਦੇ ਨਾਲ ਹੀ ਵਸਦੇ ਹਨ। ਤਨ ਮਨ ਅਰਪ ਸਰਬਸ ਸਭ ਅਰਪਿਓ। ਉਹਨਾਂ ਭਗਤ ਜਨਾਂ ਨੇ, ਗੁਰਮੁਖ ਜਨਾਂ ਨੇ ਆਪਣਾ ਤਨ ਮਨ ਸਭ ਪਰਮਾਤਮਾ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਘਰ ਦਾ ਸਾਰਾ ਸਰਬੰਸ ਅਰਪਣ ਕਰ ਦਿੱਤਾ। ਆਨੰਦ ਸਹਿਜ ਤੁਨ ਝੋਕ। ਆਨੰਦ ਸਰੂਪ ਪਰਮਾਤਮਾ ਦੇ ਨਾਮ ਨਾਲ ਸਹਿਜ ਸੁਭਾਵਕ ਹੀ ਝੋਕ ਨਾਮ ਬਿਰਤੀ ਲੱਗ ਰਹੀ ਹੈ। ਰਹਾਉ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਭਗਤ ਜੀ ਅੱਗੇ ਫਰਮਾਉਂਦੇ ਹਨ। ਦਰਸ਼ਨ ਪੇਖ ਭੈ ਨਿਰਭਿਖਈ। ਪਰਮਾਤਮਾ ਦੇ ਦਰਸ਼ਨ ਕਰਕੇ ਮਨੁੱਖ ਨਿਰਭਿਖਈ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਦਰਸ਼ਨ ਦੇਖਤ ਦੋਖ ਨਸੇ। ਦਰਸ਼ਨ ਕਰਦਿਆਂ ਸਾਰੀ ਪੰਜ ਮਹਾਦੋਖ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਾਸ਼ ਹੋ ਜਾਂਦੇ ਹਨ। ਦਰਸ਼ਨ ਪੇਖ ਭੈ ਨਿਰਭਿਖਈ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਗਏ ਹਨ। ਪਾਏ ਹੈ ਸਗਲੇ ਥੋਕ। ਉਹਨਾਂ ਗੁਰਮੁਖਾਂ ਨੇ ਸਾਰੇ ਥੋਕ ਪਦਾਰਥ ਪਾ ਲਏ ਹਨ। ਆਨ ਬਸ ਵਸਤ ਸਿਉ ਕਾਜ ਨ ਕਛੂਐ। ਉਹਨਾਂ ਗੁਰਮੁਖਾਂ ਦਾ ਆਨ ਵਸਤ ਸਿਉ ਹੋਰ ਵਸਤੂ ਦੇ ਨਾਲ ਕਾਜ ਨ ਕਛੂਐ, ਕੁਝ ਕੰਮ ਨਹੀਂ। ਕਹੋ ਕਬੀਰ ਅਵਰ ਨਹੀਂ ਕਾਮਾ, ਹਮਰਾ ਮਨ ਧਨ ਰਾਮ ਕੋ ਨਾਮਾ। ਉਹਨਾਂ ਭਗਤ ਜਨਾਂ ਦਾ, ਸੰਤ ਜਨਾਂ ਦਾ ਨਾਮ ਪਦਾਰਥ ਤੋਂ ਬਿਨਾ ਹੋਰ ਕਿਸੇ ਵਸਤੂ ਦੇ ਨਾਲ ਕੁਝ ਕੰਮ ਨਹੀਂ ਹੈ। ਸੁੰਦਰ ਬਦਨ ਅਲੋਕ। ਕਿਉਂਕਿ ਗੁਰਮੁਖ ਜਨ ਪਰਮਾਤਮਾ ਦੇ ਸੁੰਦਰ ਬਦਨ, ਸੁੰਦਰ ਮੁਖੜੇ ਨੂੰ ਅਲੋਕ ਵੇਖਦੇ ਰਹਿੰਦੇ ਹਨ, ਅਵਲੋਕਨ ਕਰਦੇ ਰਹਿੰਦੇ ਹਨ। श्याम सुंदर तज आन जो चाहत। ਜੋ ਸ਼ਿਆਮ ਸੁੰਦਰ ਪਰਮਾਤਮਾ ਨੂੰ ਤਿਆਗ ਕਰਕੇ ਹੋਰਨਾਂ ਨੂੰ ਚਾਹੁੰਦੇ ਹਨ, ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ज्यों कुशटी तन जोक। ਇਉਂ ਦੁਖੀ ਹੋ ਕੇ ਮਰਦੇ ਹਨ ਜਿਵੇਂ ਕੋੜੀ ਦੇ ਸਰੀਰ ਨੂੰ ਜੋਕਾਂ ਲੱਗ ਜਾਣ। ਉਹ ਜੋਕਾਂ ਦੁਖੀ ਹੋ ਕੇ ਮਰਦੀਆਂ ਹਨ। ਕਿਸੇ ਕੋੜੀ ਦੇ ਸਰੀਰ ਨੂੰ ਜੋਂਕ ਚਿੰਬੜ ਜਾਏ, ਉਹ ਜੋਂਕ ਦੁਖੀ ਹੋ ਕੇ ਮਰਦੀ ਹੈ। ਸੋ ਜਿਉਂ ਕੁਸ਼ਟੀ ਤਨ ਜੋਂਕ, ਜਿਵੇਂ ਕੋੜੀ ਦੇ ਸਰੀਰ ਨੂੰ ਲੱਗੀਆਂ ਹੋਈਆਂ ਜੋਕਾਂ ਦੁਖੀ ਹੋ ਕੇ ਮਰਦੀਆਂ ਹਨ, ਇਸੇ ਤਰ੍ਹਾਂ ਨਾਮ ਤੋਂ ਬੇਮੁਖ ਪੁਰਸ਼ ਦੁਖੀ ਹੋ ਕੇ ਮਰਦਾ ਹੈ। ਨਾਨਕ ਕੋੜੀ ਨਰਕ ਬਰਾਬਰੇ, ਉਹ ਵੀ ਨਰਕਾਂ ਦੇ ਤੁਲ ਦੁੱਖ ਭੋਗਦਾ ਹੈ। सूरदास मन प्रभत लीनो। ਭਗਤ ਸੂਰਦਾਸ ਜੀ ਫਰਮਾਉਂਦੇ ਹਨ, ਮੇਰੇ ਮਨ ਰੂਪੀ ਹੱਥ ਨੂੰ ਪਰਮਾਤਮਾ ਨੇ ਆਪਣੇ ਹੱਥ ਵਿੱਚ ਲੈ ਲਿੱਤਾ। दीनो यो परलोक। ਪਰਮਾਤਮਾ ਨੇ ਲੋਕ ਪਰਲੋਕ ਦਾ ਸੁੱਖ ਸਾਨੂੰ ਦੇ ਦਿੱਤਾ।
ਲੋਕ ਪਰਲੋਕ ਦੋਨੇ ਸਫਲ ਕਰ ਦਿੱਤੇ। ਸਾਰੰਗ ਕਬੀਰ ਜੀਓ। ਹੁਣ ਸਾਰੰਗ ਰਾਗ ਵਿੱਚ ਅਖੀਰਲਾ ਸ਼ਬਦ ਭਗਤ ਕਬੀਰ ਜੀ ਦਾ ਹੈ। ਸਾਰੰਗ ਰਾਗ ਵਿੱਚ ਪ੍ਰਾਰੰਭ ਵਿੱਚ ਵੀ ਕਬੀਰ ਜੀ ਦਾ ਸ਼ਬਦ ਪ੍ਰਾਰੰਭ ਹੋਇਆ ਸੀ ਤੇ ਕਬੀਰ ਜੀ ਦੇ ਸ਼ਬਦ ਦੇ ਨਾਲ ਹੀ ਰਾਗ ਸਾਰੰਗ ਸੰਪੂਰਨ ਹੋ ਰਿਹਾ ਹੈ। ਸਾਰੰਗ ਰਾਗ ਵਿੱਚ ਸ਼੍ਰੋਮਣੀ ਭਗਤ ਕਬੀਰ ਜੀ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਸਰਬ ਕਲਾ ਸਮਰੱਥ ਸੱਚਿਦਾਨੰਦ ਸਰੂਪ ਹੈ, ਗੁਰਾਂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ। ਹਰ ਬਿਨ ਕੌਣ ਸਹਾਈ ਮਨ ਕਾ। ਭਗਤ ਕਬੀਰ ਜੀ ਫਰਮਾਉਂਦੇ ਹਨ, ਹਰੀ ਪਰਮਾਤਮਾ ਤੋਂ ਬਿਨਾ ਇਸ ਮਨ ਦਾ ਇਸ ਜੀਵ ਦਾ ਕੌਣ ਸਹਾਈ ਹੈ? ਕੋਈ ਸਹਾਈ ਨਹੀਂ ਹੈ। ਹਰ ਬਿਨ ਤੇਰੋ ਕੋ ਨਾ ਸਹਾਈ। ਹਰੀ ਪਰਮੇਸ਼ਰ ਤੋਂ ਬਿਨਾ ਭਾਈ ਤੇਰਾ ਕੋਈ ਸਹਾਇਕ ਨਹੀਂ ਹੈ। ਮਾਤ ਪਿਤਾ ਸੁਧ ਬੰਧਵ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਸੰਬੰਧੀ ਕੋਈ ਸਹਾਇਕ ਨਹੀਂ ਹੋਇਆ। ਸਹਾਇਕ ਕੌਣ ਹੋਇਆ? ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਸੋ ਹਰ ਬਿਨ ਕੌਣ ਸਹਾਈ ਮਨ ਕਾ। ਇਸ ਮਨ ਦਾ ਇਸ ਜੀਵ ਦਾ ਹਰੀ ਪਰਮੇਸ਼ਰ ਤੋਂ ਬਿਨਾ ਸਹਾਈ ਕੌਣ ਹੈ? ਭਾਵ ਕੋਈ ਨਹੀਂ ਹੈ। ਮਾਤ ਪਿਤਾ ਭਾਈ ਸੁਤ ਬਨਤਾ। ਮਾਤਾ ਪਿਤਾ ਭਾਈ ਭਰਾ ਸੁਧ ਪੁੱਤਰ ਤੇ ਬਣਤਾ ਇਸਤਰੀ। ਹਿਤ ਲਾਗੋ ਸਭ ਫਨ ਕਾ। ਇਨ੍ਹਾਂ ਸਾਰਿਆਂ ਦੇ ਨਾਲ ਜੋ ਹਿਤ ਪ੍ਰੇਮ ਲੱਗ ਰਿਹਾ ਹੈ ਉਹ ਪ੍ਰੇਮ ਫਨ ਕਾ ਫਨਾ ਰੂਪ ਹੈ, ਨਾਸਵੰਤ ਹੈ। ਇਹ ਝੂਠੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ। अपने सुख स्यों ही सब लागे, क्या दारा क्या मीत। मेरो मेरो सब कहत है, हित स्यों बांध्यो चीत। अंत काल संगी न कोउए है, चरज है रीत। मन मूर्ख अजू नहीं समझत, सिखदा हार्यो नीत। नानक भवजल पार पर जाओ गावे प्रभु के गीत। सो हित लागो सब फन का। माता पिता भरा पुत्र बनता इस्त्री दे नाल जो प्रेम लग रहा है सब फना रूप है। राव विश्राम दे के भगत कबीर जी अगे फरमाउंदे हन। आगे को किछ तुलहा बांधो। आई अगे परलोक भी जान वास्ते, अगे परलोक भी जान वास्ते कि तुलहा बांधो। जब तब संयम नेम रूप कुछ तुलहा जहाज बनना करो, बनावना करो। कुछ खर्चा लेके जाओ। आगे को कुछ तुलहा बांधो, पल्ले कुछ बन के जाओ। शुभ कर्मा दी फंड बन के जाओ। शुभ गुणा दी फंड नाल लेके जाओ, बन के जाओ। तुलहा बन के जाओ, खर्चा बन के जाओ अगे परलोक जान नू। क्या परवासा धन का। जिस धन दे नाल तुसी प्रेम करदे हो इस धन दा की भरोसा है। जिस धन का तुम गर्व करता हो सो धन किसै न आप। हे भाई जिस धन का तू गर्व हंकार करता है वो धन किसी दे कोल टेके नहीं रहा। धन का सुभाव ही आना जाना। अज एक दे हथ कल दूजे दे हथ। धन हमेशा एक दे पास टेके नहीं रहिंदा। सो क्या परवासा धन का। धन का की भरोसा है। धन जोबन अर फुल्लड़ा नाठी अड़े दिन चार। चार दिनां विच नाश हो जाने वाले हैं। धन जवानी ते फुल ये 4 दिनां दे मेहमान हैं। यूथ वेल्थ एंड फ्लावर्स आर गेस्ट फॉर 4 days। 4 दिनां दे मेहमान हैं धन जवानी ते फुल। सो आगे को कोई तुलहा बांधो, क्या परवासा धन का। इस धन का की भरोसा है। भाव कोई भरोसा नहीं। कहाँ विसासा इस भांडे का। इस शरीर रूपी भांडे का की भरोसा है। इस शरीर रूपी भांडे का कोई भरोसा नहीं है। काची घगरी नीर परत है या तन की यह बढ़ाई। ये शरीर की यही बढ़ाई है। एक कच्ची घड़ी है। कच्ची घड़ी में पानी भरिया होवे सिम सिम के सारा पानी निकल जाता है, घड़ा खाली हो जाता है। शरीर रूपी घड़े में श्वासां रूपी जल पाया हुआ है जो 24,000 श्वास रोजाना शरीर चों निकल रहे हैं। एक दिन शरीर रूपी घड़ा खाली हो जाएगा।
सो कहाँ विसासा इस भांडे का, इस शरीर रूपी भांडे का की भरोसा है। इतनक लागै ठनका, इतनक ठनका, ठोकर लगेगी, थोड़ी जी ठोकर लगेगी, शरीर रूपी एक घड़ा फुट जाएगा। ठोकर लगन की देर है, ਜਾਂ केले दे छिल्लड़ उपर पैर पै जावे, पैर तिलक जावे, मूँह परने डिगदा है, बंदा मर जाता है। थोड़ी जी ठोकर लगन करके शरीर ने हरिहर हो जाना है। सगल धर्म पुण्य फल पावो, हे भाई सारे धर्मां दा फल, सारे पुन्ना दा फल पा लवोगे। धूर बांछो सब जन का, किवें पुन्ना दा फल ते धर्म कर्म दा फल पाओगे। धूर बांछो सब जन का, सारे गुरमुख जना दे चरना दी धूड़ बांछो, ਚਾਉਣਾ ਕਰੋ ਤਾਂ ਤੁਹਾਨੂੰ ਸਾਰੇ ਧਰਮਾਂ ਦਾ ਫਲ, ਸਾਰੇ ਪੁੰਨਾਂ ਦਾ ਫਲ ਪ੍ਰਾਪਤ ਹੋਵੇਗਾ। ਕਹਿ ਕਬੀਰ ਸੁਨੋ ਰੇ ਸੰਤੋ, ਸਾਰੰਗ ਰਾਗ ਦੀ ਭਗਤ ਬਾਣੀ ਸੰਪੂਰਨ ਕਰਦੇ ਹੋਏ ਸ਼੍ਰੋਮਣੀ ਭਗਤ ਕਬੀਰ ਜੀ ਉਚਾਰਨ ਕਰਦੇ ਹਨ। ਕਹੇ ਕਬੀਰ ਸੁਨੋ ਰੇ ਸੰਤੋ, हे ਸੰਤ ਜਨੋ ਕੰਨ ਦੇ ਕੇ ਧਿਆਨ ਦੇ ਕੇ ਸੁਣਨਾ ਕਰੋ। ਇਹੋ ਮਨ ਉੱਡਨ ਪੰਖੇਰੂ ਬਨ ਕਾ, ਇਹ ਮਨ, ਇਹ ਜੀਵ ਰੂਪ, ਇਹ ਮਨ ਦੇ ਨੰਨੇ ਨੂੰ ਔਂਕੜ ਹੈ, ਮਨ ਦਾ ਅਰਥ ਤੇ ਜੀਵ ਹੈ। ਇਹ ਜੀਵ ਰੂਪੀ ਪੰਛੀ ਬਨ ਤੋਂ, ਸੰਸਾਰ ਬਨ ਤੋਂ ਉੱਡ ਜਾਣ ਵਾਲਾ ਹੈ। ਸੰਸਾਰ ਵੀ ਇੱਕ ਬਨ ਹੈ, ਜੰਗਲ ਹੈ। ਇਸ ਬਨ ਦਾ ਮਾਲੀ ਉਹ ਪਰਮਾਤਮਾ ਹੈ। ਸੋ ਇਹ ਜੀਵ ਰੂਪੀ ਪੰਛੀ ਸੰਸਾਰ ਰੂਪੀ ਬਨ ਤੋਂ ਉੱਡ ਜਾਣ ਵਾਲਾ ਹੈ। ਸੋ ਸਾਧ ਸੰਗਤ ਜੀ, ਇੱਥੇ ਸਾਰੰਗ ਰਾਗ ਸੰਪੂਰਨ ਹੋਇਆ, ਭਗਤ ਬਾਣੀ ਦੀ ਸੰਪੂਰਨਤਾ ਹੋਈ, ਸਮਾਂ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਅੱਜ ਦੇ ਸਾਰੇ ਸ਼ਬਦਾਂ ਦੇ ਵਿਚਾਰਾਂ ਨੂੰ ਹਿਰਦਿਆਂ ਵਿੱਚ ਧਾਰਨ ਕਰੀਏ, ਜਿਸ ਕਰਕੇ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਸਗਲ ਧਰਮ ਪੁੰਨ ਫਲ ਪਾਵੋ, ਧੂਰ ਬਾਂਛੋ ਸਭ ਜਨ ਕਾ। ਕਹਿ ਕਬੀਰ ਸੁਨੋ ਰੇ ਸੰਤੋ, ਇਹੋ ਮਨ ਉੱਡਨ ਪੰਖੇਰੂ ਬਨ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ